ਅੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਜਿਹੜੇ ਭਖਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਨੇ ਆ। ਜਿਹੜਾ ਅੱਜ ਦਾ ਭਖਦਾ ਮੁੱਦਾ ਉਹ ਇਹ ਆ ਕਿ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਜਿਹੜਾ ਸੀ ਉਹ 6 MLA ਜਿਹੜੇ ਸੀ ਉਹਨਾਂ ਨੂੰ ਆਪਣਾ ਸਿਆਸੀ ਸਲਾਹਕਾਰ ਜਿਹੜਾ ਉਹ ਨਿਯੁਕਤ ਕੀਤਾ ਸੀ। ਪਹਿਲਾਂ ਆਰਡੀਨੈਂਸ ਜਾਰੀ ਕੀਤਾ, ਉਸ ਆਰਡੀਨੈਂਸ ਨੂੰ ਮੰਨਣ ਤੋਂ ਪੰਜਾਬ ਦੇ ਗਵਰਨਰ ਨੇ ਇਨਕਾਰ ਕਰ ਦਿੱਤਾ। ਉਸ ਦੇ ਬਾਅਦ ਜਿਸ ਦਿਨ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਸੀ ਉਹ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਮੁੱਖ ਰੱਖ ਕੇ ਜਿਹੜਾ ਸੱਦਿਆ ਗਿਆ ਸੀ। ਸਵੇਰ ਵਾਲਾ ਸੈਸ਼ਨ ਜਿਹੜਾ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਸੰਬੰਧਿਤ ਸੀ, ਲੇਕਿਨ ਸ਼ਾਮ ਦਾ ਸੈਸ਼ਨ ਜਿਹੜਾ ਸੀ ਉਹਦੇ ਵਿੱਚ ਇੱਕ ਮਤਾ ਜਿਹੜਾ ਸੀ ਉਹ ਲਿਆਂਦਾ ਗਿਆ ਕਿ ਇਹਨਾਂ ਨੂੰ ਆਫਿਸ ਆਫ ਪ੍ਰੋਫਿਟ ਜਿਹੜਾ ਸੀ ਉਸ ਤੋਂ ਬਾਹਰ ਰੱਖਿਆ ਗਿਆ ਤੇ ਰੱਖ ਕੇ ਇਹ ਬਿੱਲ ਜਿਹੜਾ ਸੀਗਾ ਇਹ ਗਵਰਨਰ ਨੂੰ ਭੇਜ ਦਿੱਤਾ ਗਿਆ। ਆਖਰਕਾਰ ਪੰਜਾਬ ਗਵਰਨਰ ਨੇ ਉਹਦੇ ਉੱਪਰ ਸਹੀ ਤਾਂ ਕੀ ਪਾਉਣੀ ਸੀ, ਉਹਦੇ ਉੱਪਰ 13 ਆਬਜੈਕਸ਼ਨ ਲਾ ਕੇ ਉਹ ਬਿੱਲ ਜਿਹੜਾ ਪੰਜਾਬ ਸਰਕਾਰ ਨੂੰ ਵਾਪਸ ਭੇਜ ਦਿੱਤਾ। ਉਹ ਵੱਖਰੀ ਗੱਲ ਹੈ ਕਿ ਵਿਧਾਨ ਸਭਾ ਕੋਲੇ ਪਾਵਰ ਹੈ ਕਿਸੇ ਵੀ ਬਿੱਲ ਨੂੰ ਵਾਪਸ ਭੇਜਣ ਦੀ। ਇੱਕ ਵਾਰ ਵਿਧਾਨ ਸਭਾ 'ਚ ਪਾਸ ਹੋਇਆ ਬਿੱਲ ਜਿਹੜਾ ਉਹ ਕਾਨੂੰਨੀ ਤੌਰ 'ਤੇ ਉਹਦੀ ਮਾਨਤਾ ਹੈ, ਲੇਕਿਨ ਮਾਨਤਾ ਉਦੋਂ ਜਦੋਂ ਗਵਰਨਰ ਉਹਦੇ ਉੱਤੇ ਸਿਗਨੇਚਰ ਕਰ ਦਿੰਦਾ, ਉਹਦੇ ਬਾਅਦ ਉਹ ਕਾਨੂੰਨ ਬਣ ਜਾਂਦਾ। ਉਸ ਤੋਂ ਪਹਿਲਾਂ ਉਹ ਬਿੱਲ ਰਹਿੰਦਾ। ਬਿੱਲ ਵਿਧਾਨ ਸਭਾ ਨੇ ਪਾਸ ਕਰ ਦਿੱਤਾ, ਉਹਨੇ ਕਾਨੂੰਨ ਬਣਨਾ ਸੀ ਤੇ ਉਹ ਗਵਰਨਰ ਦੇ ਕੋਲੇ ਗਿਆ, ਲੇਕਿਨ ਗਵਰਨਰ ਨੇ 13 ਆਬਜੈਕਸ਼ਨ ਲਾ ਕੇ ਜਿਹੜਾ ਉਹ ਵਾਪਸ ਕਰ ਦਿੱਤਾ। ਹੁਣ ਪੰਜਾਬ ਸਰਕਾਰ ਕੀ ਕਰਦੀ ਹੈ, ਆਉਣ ਵਾਲੇ ਦਿਨ ਜਿਹੜੇ ਉਹ ਦੱਸਣਗੇ ਕਿ ਇਸੇ ਤਰ੍ਹਾਂ ਵਾਪਸ ਭੇਜਦੀ ਆ। ਜੇ ਦੂਸਰੀ ਵਾਰੀ ਗਵਰਨਰ ਵਾਪਸ ਭੇਜੇਗਾ, ਤੀਸਰੀ ਵਾਰੀ ਭੇਜਣ ਦਾ ਫਿਰ ਪੰਜਾਬ ਸਰਕਾਰ ਕੋਲੇ ਅਧਿਕਾਰ ਆ। ਜਦੋਂ ਸਰਕਾਰ ਤੀਸਰੀ ਵਾਰੀ ਭੇਜਦੀ ਆ ਤੇ ਫਿਰ ਗਵਰਨਰ ਬਾਉਂਡ ਹੁੰਦਾ, ਫਿਰ ਗਵਰਨਰ ਨੂੰ ਉਹਦੇ 'ਤੇ ਸਿਗਨੇਚਰ ਜਿਹੜੇ ਉਹ ਕਰਨੇ ਪੈਂਦੇ ਆ। ਹੁਣ ਇਹ ਮੁੱਦਾ ਕਿਉਂ ਉੱਠਿਆ? ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਕਾਂਗਰਸ ਦੇ ਅੰਦਰ ਇੱਕ ਖੇਮਾ ਜਿਹੜਾ ਉਹ ਇੰਨਾ ਕੋ ਕੈਪਟਨ ਸਾਹਿਬ ਤੋਂ ਨਾਰਾਜ਼ ਸੀ ਕਿ ਪੂਰੀ ਬਿਊਰੋਕ੍ਰੇਸੀ ਜਿਹੜੀ ਆ ਉਹ ਸਰਕਾਰ ਚਲਾ ਰਹੀ ਆ। MLA ਦੀ ਸੁਣੀ ਨਹੀਂ ਜਾ ਰਹੀ, ਮੰਤਰੀਆਂ ਦੀ ਨਹੀਂ ਸੁਣੀ ਜਾ ਰਹੀ। MLA ਵੀ ਜਿਹੜੇ ਉਹ ਮੀਡੀਆ 'ਚ ਸਾਹਮਣੇ ਆਏ, ਇੱਥੋਂ ਤੱਕ ਕਿ ਮੰਤਰੀ ਵੀ ਆਏ ਕਿ ਸਾਡੀ ਸੁਣਵਾਈ ਨਹੀਂ ਹੁੰਦੀ। ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਵਿੱਚ ਜਿਹੜੇ 35-40 MLA ਇਕੱਠੇ ਹੋ ਰਹੇ ਸੀ, ਕਿਤੇ ਨਾ ਕਿਤੇ ਉਹਨਾਂ ਨੂੰ ਸੈੱਟ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ 6 MLA ਸੀ ਉਹਨਾਂ 'ਚੋਂ 5 ਨੂੰ ਜਿਹੜਾ ਸੀ ਕੈਬਨਿਟ ਦਾ ਦਰਜਾ ਤੇ 1 ਨੂੰ ਜਿਹੜਾ ਉਹ ਸਟੇਟ ਦਾ ਦਰਜਾ ਦੇ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਨਵਾਜਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਲੇਕਿਨ ਗਵਰਨਰ ਪੰਜਾਬ ਨੇ ਉਸ ਬਿੱਲ ਨੂੰ ਵਾਪਸ ਭੇਜ ਦਿੱਤਾ। ਇਹ ਅੱਜ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਆਈਆਂ ਨੇ ਉਹ ਹਮੇਸ਼ਾ ਹੀ ਇਹੋ ਜਿਹੇ ਜਿਹੜੇ ਆ ਉਹ ਕੰਮ ਕਰਦੀਆਂ ਰਹੀਆਂ ਨੇ। ਜਿਹੜੀ ਉਸ ਵੇਲੇ ਆਪੋਜੀਸ਼ਨ 'ਚ ਹੁੰਦੀ ਉਹਦੇ ਅਗੇਂਸਟ ਜਿਹੜੀ ਆ ਉਹ ਹਾਈ ਕੋਰਟ ਚਲੀ ਜਾਂਦੀ ਆ। ਹਾਈ ਕੋਰਟ ਦਾ ਫੈਸਲਾ ਆਉਣ ਤੱਕ ਸਰਕਾਰ ਦੀ ਜਿਹੜੀ ਉਹ ਟਰਮ ਪੂਰੀ ਹੋ ਜਾਂਦੀ ਆ। ਨਵੀਂ ਸਰਕਾਰ ਆ ਜਾਂਦੀ, ਨਵੀਂ ਸਰਕਾਰ ਫਿਰ ਅਜਿਹੀਆਂ ਨਿਯੁਕਤੀਆਂ ਕਰਦੀਆਂ। ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹ ਆਪੋਜੀਸ਼ਨ 'ਚ ਹੁੰਦੀ ਆ, ਉਹ ਉਸ ਵੇਲੇ ਫਿਰ ਇਹਨਾਂ ਮਸਲਿਆਂ ਨੂੰ ਚੱਕ ਕੇ ਹਾਈ ਕੋਰਟ ਤੱਕ ਲੈ ਜਾਂਦੀ ਆ। ਇਹ ਨਿਰੰਤਰ ਚੱਲਦਾ ਆ ਰਿਹਾ। ਸਭ ਤੋਂ ਪਹਿਲਾਂ ਪੰਜਾਬ 'ਚ ਵਾਪਰਿਆ ਕਦੋਂ? ਜਦੋਂ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ 'ਚ 1985 ਦੇ ਵਿੱਚ ਸਰਕਾਰ ਬਣੀ। ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪੁਲਿਸ ਭੇਜਣ ਦੇ ਜਿਹੜਾ 1986 ਦਾ ਸ਼ਾਇਦ 29 ਅਪ੍ਰੈਲ ਦਾ ਉਹ ਵਾਕਿਆ ਸੀ, ਉਹਨੂੰ ਮੁੱਖ ਰੱਖ ਕੇ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜੇ ਸੀਗੇ ਉਹ ਸਰਜੀਤ ਸਿੰਘ ਬਰਨਾਲਾ ਤੋਂ ਵੱਖ ਹੋ ਗਏ। ਇਹਨਾਂ ਨੇ ਵੱਖ ਹੋ ਗਏ ਤਾਂ ਸਰਜੀਤ ਸਿੰਘ ਬਰਨਾਲਾ ਨੇ ਕਾਂਗਰਸ ਦੀ ਸਪੋਰਟ ਦੇ ਨਾਲ ਜਿਹੜੀ ਆ ਉਹ ਸਰਕਾਰ ਜਿਹੜੀ ਆ ਉਹ ਕਾਇਮ ਰੱਖੀ। ਉਸ ਵੇਲੇ ਅਕਾਲੀ ਦਲ ਦੇ ਜਿੰਨੇ ਵੀ ਵਿਧਾਇਕ ਸੀ ਤਕਰੀਬਨ ਸਾਰਿਆਂ ਨੂੰ ਜਾਂ ਤਾਂ ਮੰਤਰੀ ਪਦ ਤੇ ਜਾਂ ਉਹਨਾਂ ਨੂੰ ਚੇਅਰਮੈਨੀਆਂ ਦੇ ਕੇ ਨਵਾਜ਼ ਦਿੱਤਾ ਗਿਆ। ਉਸ ਵੇਲੇ ਉਹ ਜਿੰਨਾ ਕੋ ਵੀ ਉਹਨਾਂ ਦਾ ਸਾਲ ਦਾ ਸਮਾਂ ਬਚਿਆ ਸੀ ਉਹ ਉਹਨਾਂ ਨੇ ਪੂਰਾ ਕਰ ਲਿਆ। ਅਖੀਰ ਮਈ 1987 'ਚ ਉਹ ਸਰਕਾਰ ਬਰਖਾਸਤ ਕਰ ਦਿੱਤੀ ਗਈ। ਉਸ ਤੋਂ ਬਾਅਦ 1992 'ਚ ਬੇਅੰਤ ਸਿੰਘ ਦੀ ਅਗਵਾਈ 'ਚ ਸਰਕਾਰ ਬਣੀ। ਬੇਅੰਤ ਸਿੰਘ ਨੇ ਵੀ ਧੜਾ ਧੜ ਜਿਹੜੇ ਸੀ ਮੰਤਰੀਆਂ ਦੀ ਲਾਈਨ ਲਗਾ ਦਿੱਤੀ। ਉਸ ਦੇ ਬਾਅਦ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣੇ ਤਾਂ ਬੀਬੀ ਰਜਿੰਦਰ ਕੌਰ ਭੱਠਲ ਤੇ ਉਹਨਾਂ ਦਾ ਵਿਰੋਧ ਕੀਤਾ। ਜਦੋਂ ਬੀਬੀ ਰਜਿੰਦਰ ਕੌਰ ਭੱਠਲ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ MLA ਦੀ ਜ਼ਰੂਰਤ ਸੀ ਤਾਂ ਹਰਚਰਨ ਸਿੰਘ ਬਰਾੜ ਨੇ ਵੀ ਇੱਕ ਲੰਬੀ ਲਾਈਨ ਜਿਹੜੀ ਸੀ ਉਹ ਮੰਤਰੀਆਂ ਦੀ ਬਣਾ ਦਿੱਤੀ। ਉਸ ਵੇਲੇ ਬਾਉਂਡ ਨਹੀਂ ਸੀ ਇਹ ਕੁਛ, ਜਿੰਨਿਆਂ ਨੂੰ ਮਰਜ਼ੀ ਤੁਸੀਂ ਮੰਤਰੀ ਜਿਹੜੇ ਉਹ ਬਣਾ ਸਕਦੇ ਸੀ। ਉਹੀ ਕੁਛ ਮੁੜ ਕੇ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੀ ਤਾਂ ਉਹਨੇ ਵੀ ਇਹੀ ਕੁਛ ਕੀਤਾ ਮੰਤਰੀਆਂ ਨੂੰ ਖੁਸ਼ ਕਰਨ ਲਈ, ਭਾਵੇਂ ਕਿ ਉਹਨੂੰ ਥੋੜ੍ਹਾ ਸਮਾਂ ਮਿਲਿਆ। 1997 ਆਇਆ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਸਰਕਾਰ ਬਣੀ। ਜਿਸ ਵੇਲੇ 1999 'ਚ ਗੁਰਚਰਨ ਸਿੰਘ ਟੌੜਾ ਅਲੱਗ ਹੋਏ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਧੜਾ ਧੜ ਜਿਹੜੇ ਸੀ ਉਹ ਮੰਤਰੀਆਂ ਦੀ ਇੱਕ ਪੂਰੀ ਫੌਜ ਜਿਹੜੀ ਸੀਗੀ ਉਹ ਤਿਆਰ ਕਰ ਦਿੱਤੀ। ਉਹ ਮੰਤਰੀਆਂ ਦੀ ਫੌਜ ਜਿਹੜੀ ਸੀ ਉਹ 5 ਸਾਲ ਆਪਣਾ ਕਾਰਜਕਾਲ ਜਿਹੜਾ ਸੀਗਾ ਉਹ ਪੂਰਾ ਕਰ ਗਈ। ਉਸ ਤੋਂ ਬਾਅਦ ਜਿਸ ਵੇਲੇ 2002 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਸ ਵੇਲੇ ਕੇਂਦਰ ਦੇ ਵਿੱਚ ਜਿਹੜੀ ਸੀਗੀ ਉਹ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ 'ਚ ਸਰਕਾਰ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੰਤਰੀ ਮੰਡਲ ਜਿਹੜਾ ਉਹ ਬਣਾ ਲਿਆ ਸੀ। ਲੇਕਿਨ
ਉਹ ਮੰਤਰੀ ਮੰਡਲ ਛੋਟਾ ਕਦੋਂ ਕਰਨਾ ਪਿਆ, ਜਦੋਂ ਪਾਰਲੀਮੈਂਟ ਦੇ ਵਿੱਚ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵੇਲੇ ਇੱਕ ਬਿੱਲ ਲਿਆਂਦਾ ਗਿਆ ਕਿ ਕਿਸੇ ਵੀ ਵਿਧਾਨ ਸਭਾ 'ਚ ਜਾਂ ਲੋਕ ਸਭਾ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਵੀ ਹੋਵੇ ਉਹਦੇ ਵਿੱਚ 15% ਤੋਂ ਵੱਧ ਮੰਤਰੀ ਨਹੀਂ ਬਣਾਏ ਜਾ ਸਕਦੇ, ਕਿ ਜਿਹੜੇ ਟੋਟਲ MLA ਜਾਂ ਟੋਟਲ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਜਿਹੜੀ 15% ਗਿਣਤੀ ਆ ਉਹਦੇ ਮੁਤਾਬਕ ਹੀ ਮੰਤਰੀ ਬਣਾਏ ਜਾਣਗੇ, ਇਹਦੇ ਪਿੱਛੇ ਨਹੀਂ। ਮਤਲਬ 100 ਜੇ ਕਿਤੇ 100 MLA ਨੇ ਤੇ ਉੱਥੇ 15 ਜਿਹੜੇ ਆ ਉਹ ਮੰਤਰੀ ਬਣਨਗੇ, 15 ਤੋਂ ਵੱਧ ਨਹੀਂ ਬਣਨਗੇ। ਉਸ ਤੋਂ ਬਾਅਦ ਇਹ ਰੋਸਾ ਵਧਣਾ ਸ਼ੁਰੂ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਤੇ ਨਾ ਕਿਤੇ ਜਿਹੜਾ ਉਹਦਾ ਕਾਰਜਕਾਲ ਰਹਿੰਦਾ ਸੀਗਾ ਉਹ ਔਖਾ ਸੌਖਾ ਪੂਰਾ ਕਰ ਲਿਆ। ਉਸ ਤੋਂ ਬਾਅਦ ਜਿਸ ਵੇਲੇ 2007 'ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ, ਉਸ ਵੇਲੇ ਵੀ ਇਹੀ ਕੁਝ ਹੋਇਆ। ਉਹਨਾਂ ਨੂੰ ਮੰਤਰੀ ਪਦ ਤਾਂ ਨਹੀਂ ਦੇ ਸਕੇ, ਲੇਕਿਨ ਉਹਨਾਂ ਨੇ ਚੀਫ ਪਾਰਲੀਮੈਂਟਰੀ ਸੈਕਟਰੀ ਤੇ ਪਾਰਲੀਮਾਨੀ ਸੈਕਟਰੀ ਜਿਹੜੇ ਉਹ ਬਣਾ ਦਿੱਤੇ। ਕੇਸ ਹਾਈ ਕੋਰਟ ਗਿਆ। ਜਦੋਂ ਹਾਈ ਕੋਰਟ ਗਿਆ ਤਾਂ ਹਾਈ ਕੋਰਟ ਤੋਂ ਜਦੋਂ ਤੱਕ ਉਹ ਕੇਸ ਜਿਹੜਾ ਸੀਗਾ ਉਹ ਪੰਜਾਬ ਸਰਕਾਰ ਦੇ ਵਿਰੋਧ 'ਚ ਹੋਇਆ ਤਾਂ ਉਹਨਾਂ ਨੇ ਮੰਤਰੀ ਜਿਹੜੇ ਪਾਰਲੀਮਾਨੀ ਸੈਕਟਰੀ ਤੇ ਚੀਫ ਪਾਰਲੀਮਾਨੀ ਸੈਕਟਰੀ ਬਣਾਏ, ਉਹਨਾਂ ਦੀ ਛੁੱਟੀ ਕਰ ਦਿੱਤੀ। ਉਹ ਇਕੱਲਾ ਇੱਥੇ ਨਹੀਂ ਹੋਇਆ, ਉਹ ਕਰਨਾਟਕ ਦੇ ਵਿੱਚ ਵੀ ਹੋਇਆ, ਗੁਆਂਢੀ ਸੂਬੇ ਹਰਿਆਣੇ 'ਚ ਵੀ ਹੋਇਆ, ਹਿਮਾਚਲ 'ਚ ਵੀ ਹੋਇਆ, ਈਵਨ ਕਿ ਇੱਥੋਂ ਤੱਕ ਕਿ ਉਹ ਰਾਜਸਥਾਨ 'ਚ ਵੀ ਹੋਇਆ, ਗੁਜਰਾਤ 'ਚ ਵੀ ਹੋਇਆ। ਸਾਰੀਆਂ ਸਟੇਟਾਂ 'ਚ ਇਹੀ ਕੁਛ ਨਿਰੰਤਰ ਚੱਲਿਆ। ਲੇਕਿਨ ਉਸ ਤੋਂ ਬਾਅਦ ਇਹ ਰਸਤੇ ਜਿਹੜੇ ਸੀਗੇ ਇਹ ਬੰਦ ਹੋ ਗਏ ਕਿ ਕੋਈ ਵੀ ਸੈਕਟਰੀ ਜਾਂ ਚੀਫ ਪਾਰਲੀਮਾਨੀ ਸੈਕਟਰੀ ਜਿਹੜਾ ਉਹ ਨਹੀਂ ਬਣਾਇਆ ਜਾ ਸਕਦਾ। ਇਹ ਨਿਰੰਤਰ ਚੱਲਦਾ ਰਿਹਾ। ਜਿਸ ਵੇਲੇ ਇਹ ਫੈਸਲੇ ਆ ਗਏ ਉਸ ਤੋਂ ਬਾਅਦ ਜਦੋਂ 2017 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆ ਕੇ ਉਹਨਾਂ ਨੇ ਆਪਣਾ ਔਖਾ ਸੌਖਾ ਜਿਹੜਾ ਕਾਰਜਕਾਲ ਸੀ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ 'ਤੇ ਕਿੰਤੂ ਪਰੰਤੂ ਹੋਏ। ਜਦੋਂ ਕਿੰਤੂ ਪਰੰਤੂ ਹੋਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਆ ਕੇ ਇੱਕ ਰਸਤਾ ਕੱਢਿਆ। ਉਹਨਾਂ ਪਹਿਲਾਂ ਆਰਡੀਨੈਂਸ ਲਿਆਂਦਾ, ਆਰਡੀਨੈਂਸ ਤੋਂ ਬਾਅਦ ਇੱਕ ਉਹਨਾਂ ਬਿੱਲ ਲਿਆਂਦਾ। ਉਸ ਬਿੱਲ ਨੇ ਜਿਹੜਾ ਸੀਗਾ ਉਹਨੇ ਕਾਨੂੰਨ ਦਾ ਰੂਪ ਧਾਰਨ ਕਰਨਾ ਸੀ। ਦੂਸਰੇ ਬੰਨੇ ਇੱਕ ਐਡਵੋਕੇਟ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਇਹਦੀ ਰਿਟ ਪਾਤੀ। ਉੱਥੇ ਫਰਵਰੀ ਦੀ 2020 ਦੀ ਅਜੇ ਤਰੀਕ ਜਿਹੜੀ ਉਹ ਪਈ ਹੋਈ ਆ। ਲੇਕਿਨ ਜਿਹੜੇ ਸਵਾਲ ਗਵਰਨਰ ਨੇ ਪੰਜਾਬ ਸਰਕਾਰ ਨੂੰ ਪੁੱਛ ਲਏ ਨੇ ਕਿ ਇਹ ਆਫਿਸ ਆਫ ਪ੍ਰੋਫਿਟ ਦਾ ਮਸਲਾ, ਕੀ ਤੁਸੀਂ ਇਹਨਾਂ ਨੂੰ ਸਟਾਫ ਦੇ ਰਹੇ ਹੋ, ਕੀ ਤੁਸੀਂ ਇਹਨਾਂ ਨੂੰ ਆਫਿਸ ਦੇ ਰਹੇ ਹੋ, ਜੇ ਆਫਿਸ ਵੀ ਦੇ ਰਹੇ ਹੋ, ਸਟਾਫ ਵੀ ਦੇ ਰਹੇ ਹੋ, ਗੱਡੀਆਂ ਵੀ ਦੇ ਰਹੇ ਹੋ, ਕੈਬਨਿਟ ਦਾ ਦਰਜਾ ਦਿੱਤਾ, ਉਹ ਇਹਨਾਂ ਨੂੰ ਸੈਲਰੀ ਵੀ ਮਿਲੇਗੀ, ਤਾਂ ਕੀ ਇਹ ਫਾਈਲਾਂ ਦੇਖਣਗੇ? ਜੇ ਇਹ ਫਾਈਲਾਂ ਚੈੱਕ ਕਰਨਗੇ, ਕੀ ਇਹ ਫਾਈਲਾਂ ਦੇ ਉੱਤੇ ਸਿਗਨੇਚਰ ਕਰਨਗੇ? ਜੇ ਉਹਦੇ ਉੱਪਰ ਕੋਈ ਵੀ ਕਾਰਵਾਈ ਪਾਉਣਗੇ, ਕੀ ਇਹ ਵਿਧਾਨ ਸਭਾ ਦੇ ਵਿੱਚ ਜਾ ਕੇ ਇਹ ਜਵਾਬਦੇਹ ਹੋਣਗੇ? ਇਹ ਸਾਰੇ ਸਵਾਲ ਪੁੱਛ ਲਏ, ਜਿਹਦਾ ਸਵਾਲਾਂ ਦਾ ਜਵਾਬ ਜਿਹੜਾ ਸੀ ਉਹ ਪੰਜਾਬ ਸਰਕਾਰ ਕੋਲੇ ਨਹੀਂ ਹੈ। ਇਸੇ ਕਰਕੇ ਹੀ ਇਹ ਮਸਲਾ ਜਿਹੜਾ ਉਹ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਉਹ ਫਸ ਗਿਆ ਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਉਹ ਫਸੀ ਪਈ ਹੈ। ਇਹਦੇ ਵਿੱਚ ਕਿਤੇ ਨਾ ਕਿਤੇ ਕੈਪਟਨ ਸਾਹਿਬ ਆਪਣੇ MLA ਨੂੰ ਸਾਂਭਣ ਦੇ ਚੱਕਰਾਂ ਦੇ ਵਿੱਚ ਉਲਟ ਦਿਸ਼ਾ ਵੱਲ ਚਲੇ ਗਏ। ਉਹ ਵੱਖਰੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਜਿਹੜਾ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਹੜਾ ਵੀ ਵਿਧਾਨ ਸਭਾ ਜਾਂ ਲੋਕ ਸਭਾ ਵੱਲੋਂ ਪਾਸ ਕੀਤਾ ਗਿਆ ਬਿੱਲ ਆ, ਜੇ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਤੇ ਜਦੋਂ 2 ਵਾਰੀ ਭੇਜਿਆ ਗਿਆ, ਜੇ ਗਵਰਨਰ ਨੇ ਐਕਸੈਪਟ ਨਹੀਂ ਕੀਤਾ ਤਾਂ ਤੀਸਰੀ ਵਾਰੀ ਉਹ ਜਾਏਗਾ ਤਾਂ ਗਵਰਨਰ ਨੂੰ ਐਕਸੈਪਟ ਕਰਨਾ ਪਏਗਾ। ਇਸੇ ਤਰ੍ਹਾਂ 2 ਵਾਰੀ ਲੋਕ ਸਭਾ ਵੱਲੋਂ ਭੇਜਿਆ ਹੋਇਆ ਬਿੱਲ ਜੇ ਵਾਪਸ ਕਰ ਦਿੰਦੇ ਨੇ ਰਾਸ਼ਟਰਪਤੀ ਤਾਂ ਤੀਸਰੀ ਵਾਰੀ ਭੇਜਿਆ ਹੋਇਆ ਜਿਹੜਾ ਉਹਨਾਂ ਨੂੰ ਐਕਸੈਪਟ ਕਰਨਾ ਪਏਗਾ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਵਿਧਾਇਕ ਚੁਣੇ ਹੋਏ ਨੇ, ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਹੋਏ ਨੇ, ਉਹ ਜਿਹੜੇ ਆ ਉਹਨਾਂ ਕੋਲ ਕਾਨੂੰਨ ਬਣਾਉਣ ਦਾ ਜਿਹੜਾ ਉਹ ਅਧਿਕਾਰ ਜਿਹੜਾ ਹੈ ਆ ਉਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਦੇ ਨਾਲ ਕਾਹਲੀ ਕੀਤੀ, ਜਿਸ ਤਰੀਕੇ ਦੇ ਨਾਲ ਆਪਣੇ ਵਿਧਾਇਕਾਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ 'ਚ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਬੁਰੀ ਤਰ੍ਹਾਂ ਨਾਲ ਘਿਰੇ ਨੇ। ਇਹ ਪਹਿਲੀ ਵਾਰ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਸਲ 'ਚ ਮੁਸੀਬਤ ਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਦਾ ਅਹੁਦਾ ਖਾਲੀ ਹੋਇਆ ਉਦੋਂ ਤੋਂ ਲੈ ਕੇ ਉਹ ਚਾਹੁੰਦੇ ਸੀ ਕਿ ਮੈਂ ਆਪਣੀ ਮਰਜ਼ੀ ਦਾ ਕੋਈ ਵਿਧਾਇਕ ਜਿਹੜਾ ਉੱਥੇ ਫਿੱਟ ਕਰ ਲਵਾਂ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਤੋਂ ਆਪਣੀ ਹਾਈ ਕਮਾਂਡ ਤੋਂ ਜਿਹੜੀ ਆ ਉਹ ਪਰਮਿਸ਼ਨ ਨਹੀਂ ਮਿਲੀ। ਕੈਪਟਨ ਅਮਰਿੰਦਰ ਸਿੰਘ ਉਹਦੇ 'ਤੇ ਬੜੇ ਖਫਾ ਸੀ, ਇਸੇ ਕਰਕੇ ਉਹਨਾਂ 6 ਨੂੰ ਸੈੱਟ ਕੀਤੀ। ਲੇਕਿਨ 6 ਨੂੰ ਸੈੱਟ ਤਾਂ ਕਰ ਲਿਆ, ਲੇਕਿਨ ਹੁਣ ਦੇਖਣਾ ਤੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਸੈੱਟ ਰਹਿੰਦੇ ਨੇ ਕਿ ਜਾਂ ਨਹੀਂ ਰਹਿੰਦੇ। ਇਸ ਤੋਂ ਅਗਲੀ ਗੱਲ ਜਿਹੜੀ ਆ ਉਹ ਇਹ ਆ ਕਿ ਇਸ ਵੇਲੇ ਦੀ ਆ ਕੈਪਟਨ ਸਾਹਿਬ ਦੇ ਇੱਕ ਮੰਤਰੀ ਜਿਹੜੇ ਆ ਉਹ ਕਾਫੀ ਬਿਮਾਰ ਚੱਲ ਰਹੇ ਆ, ਉਹ ਆਪਣਾ ਅਹੁਦਾ ਛੱਡਣਾ ਚਾਹੁੰਦੇ ਆ, ਲੇਕਿਨ ਕਿਉਂਕਿ ਕੈਪਟਨ ਸਾਹਿਬ ਦੇ ਜ਼ਿਲ੍ਹੇ ਨਾਲ ਸੰਬੰਧਿਤ ਨੇ, ਇਸ ਕਰਕੇ ਕੈਪਟਨ ਸਾਹਿਬ ਉਹਨਾਂ ਨੂੰ ਸੈੱਟ ਵੀ ਕਰਨਾ ਚਾਹੁੰਦੇ ਆ। ਇਸੇ ਕਰਕੇ ਉਹਨਾਂ ਨੂੰ ਪੰਜਾਬ ਦਾ ਗਵਰਨਰ ਬਣਾਉਣ ਦੀ ਜਿਹੜੀ ਆ ਉਹ ਤਕਰੀਬਨ ਕਵਾਇਤ ਜਿਹੜੀ ਉਹ ਚੱਲ ਰਹੀ ਹੈ। ਇੱਥੇ ਹੀ ਨਹੀਂ, ਇਸ ਦੇ ਨਾਲ ਹੀ ਜਿਹੜੀ ਦੂਸਰੀ ਖਬਰ ਹੈ ਉਹ ਇਹ ਹੈ ਕਿ ਜਿਹੜੇ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਜਾਏਗਾ। ਜਦੋਂ ਉਹਨਾਂ ਨੂੰ ਮੰਤਰੀ ਬਣਾਇਆ ਜਾਏਗਾ ਤਾਂ ਉਹ ਕਿਸ ਦੀ ਥਾਂ ਲੈਣਗੇ? ਉਹ ਫਿਰ ਇਸੇ ਕੈਬਨਿਟ ਮੰਤਰੀ ਦੀ ਲੈਣਗੇ। ਇੱਕ ਹੋਰ ਨਾਮ ਵੀ ਚਰਚਾ 'ਚ ਹੈ, ਉਹ ਨਾਮ ਚਰਚਾ ਦੇ ਵਿੱਚ ਹੈ
ਕੇਵਲ ਤੇ ਕੇਵਲ ਚਰਨਜੀਤ ਸਿੰਘ ਚੰਨੀ ਦਾ ਕਿ ਉਹਨਾਂ ਨੂੰ ਵਿਧਾਨ ਸਭਾ ਦਾ ਸਪੀਕਰ ਬਣਾ ਦਿੱਤਾ ਜਾਵੇ। ਪਰ ਉੱਥੇ ਬਹੁਤ ਸੰਸੀਅਰਲੀ ਬੈਠਣਾ ਪੈਂਦਾ, ਇਸ ਕਰਕੇ ਹੋ ਸਕਦਾ ਕਿ ਬ੍ਰਹਮ ਮਹਿੰਦਰਾ ਦਾ ਹੀ ਨੰਬਰ ਲੱਭੇ, ਚਰਨਜੀਤ ਸਿੰਘ ਚੰਨੀ ਦਾ ਨਾ ਲੱਗੇ। ਉਹਦੇ ਬਾਅਦ ਇੱਕ ਅਹੁਦਾ ਫੇਰ ਖਾਲੀ ਰਹਿ ਜਾਂਦਾ, ਉਹਦੇ ਤੇ ਦਾ ਕਿਹਦਾ ਲੱਗੇਗਾ? ਉਹਦੇ ਤੇ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਉਹ ਪਹਿਲੀ ਪਸੰਦ ਨੇ ਕੈਪਟਨ ਅਮਰਿੰਦਰ ਸਿੰਘ ਦੇ। ਉਹਨਾਂ ਨੂੰ ਇੱਕ ਮਾਈਨਿੰਗ ਕੇਸ ਦੇ ਵਿੱਚ ਬੜੀ ਬੁਰੀ ਤਰ੍ਹਾਂ ਫਸ ਗਏ ਸੀ, ਉਹਦੇ ਵਿੱਚ ਰਾਹੁਲ ਗਾਂਧੀ ਨੇ ਕਹਿ ਕੇ ਉਹਨਾਂ ਨੂੰ ਅਹੁਦੇ ਤੋਂ ਜਿਹੜਾ ਉਹ ਪਾਸੇ ਕਰਵਾਇਆ। ਉਹਦੇ ਵਿੱਚ ਜਿਹੜੇ ਬਾਕੀ ਦੋ ਨਾਮ ਚੱਲ ਰਹੇ ਨੇ, ਜੇ ਹਾਈ ਕਮਾਂਡ ਦੀ ਚੱਲੀ ਤਾਂ ਉਹਨਾਂ 'ਚ ਕੁਲਜੀਤ ਸਿੰਘ ਨਾਗਰਾ ਫਤਿਹਗੜ੍ਹ ਸਾਹਿਬ ਤੋਂ, ਤੇ ਉਹਨਾਂ 'ਚ ਦੂਸਰਾ ਨਾਮ ਜਿਹੜਾ ਉਹ ਰਾਜਾ ਅਮਰਿੰਦਰ ਸਿੰਘ ਵੜਿੰਗ ਦਾ ਆਏਗਾ। ਇਹ ਦੋ ਨਾਮ ਜਿਹੜੇ ਆ ਇਹ ਬੜੇ ਚਰਚਾ 'ਚ ਨੇ ਕਿ ਫਿਰ ਉਹਨਾਂ ਦੋਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਲਿਆ ਜਾਏਗਾ। ਕਿਤੇ ਨਾ ਕਿਤੇ ਇਹ ਜੋ ਕੁਝ ਚੱਲ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿੱਚ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਇਹਦੇ 'ਚ ਬੁਰੀ ਤਰ੍ਹਾਂ ਨਾਲ ਜਿਹੜੇ ਉਹ ਘਿਰੇ ਹੋਏ ਨੇ। ਲੇਕਿਨ ਕੈਪਟਨ ਅਮਰਿੰਦਰ ਸਿੰਘ ਇਹਦੇ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਆਉਣ ਵਾਲੇ ਦਿਨ ਦੱਸਣਗੇ ਕਿ ਕੈਪਟਨ ਸਾਹਿਬ ਜਿਹੜੇ ਆ ਉਹ ਇਹਦੇ 'ਚੋਂ ਨਿਕਲਦੇ ਆ ਕਿ ਜਾਂ ਇਸੇ ਤਰ੍ਹਾਂ ਜਿਹੜੇ ਆ ਉਹ ਫਸੇ ਰਹਿੰਦੇ ਆ। ਇਹਦੇ ਨਾਲ ਇੱਕ ਚਰਚਾ ਬਹੁਤ ਵੱਡੀ ਸੀ, ਉਹ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ CM ਬਣਾਇਆ ਜਾਏਗਾ। ਪਰ ਜੋ ਸਾਡੀ ਪੁਖਤਾ ਜਾਣਕਾਰੀ ਹੈ ਉਸ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਨਾ ਤਾਂ ਮੰਤਰੀ ਬਣਨਾ ਹਾਈ ਕਮਾਂਡ ਦੇ ਕਹਿਣ 'ਤੇ ਮੰਨਿਆ, ਤੇ ਨਾ ਹੀ ਡਿਪਟੀ CM ਬਣਨਾ। ਉਹਨੇ ਸਿੱਧਾ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹਰ ਉਹ ਸੀਟ 'ਤੇ ਜਾ ਕੇ ਬੈਠੇਗਾ ਜੇ ਸੀਟ ਦੇ ਉੱਤੇ ਉਹਨੂੰ ਪੂਰਾ ਫੁੱਲ ਫਲੈਸ਼ ਜਿਹੜੀ ਪਾਵਰ ਦਿੱਤੀ ਜਾਏਗੀ, ਨਹੀਂ ਤਾਂ ਮੈਂ ਘਰ ਬੈਠਣਾ ਜਿਹੜਾ ਉਹ ਪਸੰਦ ਕਰਾਂਗਾ। ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਛੱਡਣਾ ਨਹੀਂ ਚਾਹੁੰਦੀ। ਉਹਨਾਂ ਨੂੰ ਵੀ ਪਤਾ ਕਿ ਜੇ ਨੈਸ਼ਨਲ ਲੈਵਲ ਦੇ ਉੱਤੇ BJP ਦੇ ਬਰਾਬਰ ਕੋਈ ਸਟਾਰ ਪ੍ਰਚਾਰਕ ਆ ਜਿਹੜੀ ਉਹਨਾਂ ਦੀ ਕਾਟ ਕਰ ਸਕਦਾ, ਉਹ ਕੇਵਲ ਤੇ ਕੇਵਲ ਇੱਕ ਨਵਜੋਤ ਸਿੰਘ ਸਿੱਧੂ ਆ। ਇਸੇ ਕਰਕੇ ਦੂਸਰੇ ਬੰਨੇ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਆ ਉਹਦਾ ਮੁਖੀ ਕੈਪਟਨ ਅਮਰਿੰਦਰ ਸਿੰਘ, ਦੋਨਾਂ ਦੇ ਵਿੱਚ ਤਲਖੀ ਇੰਨੀ ਵੱਧ ਚੁੱਕੀ ਆ। ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋਣਾ ਚਾਹੁੰਦੇ, ਤੇ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਦੇ ਟਸ ਤੋਂ ਮਸ ਨਹੀਂ ਹੋਣਾ ਚਾਹੁੰਦੇ। ਇਸੇ ਕਰਕੇ ਇਹ ਮਸਲਾ ਜਿਹੜਾ ਉਹ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਫਸ ਚੁੱਕਿਆ। ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀ ਜਗ੍ਹਾ 'ਤੇ ਅੜ ਕੇ ਬੈਠੇ ਨੇ, ਤੇ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਆਪਣੀ ਗੱਲ 'ਤੇ ਅੜ ਕੇ ਬੈਠੇ ਨੇ। ਨਵਜੋਤ ਸਿੰਘ ਸਿੱਧੂ ਦੀ ਸਪਸ਼ਟ ਜਿਹੜੀ ਹਾਈ ਕਮਾਂਡ ਨੂੰ ਇੱਕ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜੇ ਮੈਨੂੰ ਬਣਾਉਣਾ ਤਾਂ ਮੈਂ ਫੁੱਲ ਫਲੈਸ਼ ਪਾਵਰ ਲੈ ਕੇ ਬੈਠਾਂਗਾ, ਕਿ ਮੇਰੇ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਇੱਥੋਂ ਤੱਕ ਕਿ ਸੂਬਾ ਸਰਕਾਰ ਜਿਹੜੀ ਆ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਜਿਹੜੀ ਬੁਰੀ ਤਰ੍ਹਾਂ ਨਾਲ ਫਸੀ ਹੋਈ ਆ। ਜੇਕਰ ਨਵਜੋਤ ਸਿੰਘ ਸਿੱਧੂ ਦੀਆਂ ਸ਼ੁਰੂ ਦੇ ਵਿੱਚ ਸਾਰੀਆਂ ਗੱਲਾਂ ਮੰਨ ਲਈਆਂ ਜਾਂਦੀਆਂ, ਨਵਜੋਤ ਸਿੰਘ ਸਿੱਧੂ ਜਿੱਦਾਂ ਤੇਲੰਗਾਨਾ ਤੋਂ ਐਕਸਾਈਜ਼ ਪਾਲਿਸੀ ਤੇ ਮਾਈਨਿੰਗ ਪਾਲਿਸੀ, ਦੋ ਪਾਲਿਸੀਆਂ ਨਵਜੋਤ ਸਿੰਘ ਸਿੱਧੂ ਲੈ ਕੇ ਆਇਆ ਸੀ, ਲੇਕਿਨ ਬਦਕਿਸਮਤੀ ਕਿ ਉਹਦੀਆਂ ਮੰਨੀਆਂ ਨਹੀਂ ਗਈਆਂ। ਜੇ ਕਿਤੇ ਐਕਸਾਈਜ਼ ਪਾਲਿਸੀ ਮੰਨ ਲਈ ਜਾਂਦੀ ਤੇ ਸੂਬਾ ਸਰਕਾਰ ਪੈਰਾਂ 'ਤੇ ਆ ਜਾਂਦੀ। ਜੇਕਰ ਜਿਹੜੀ ਮਾਈਨਿੰਗ ਪਾਲਿਸੀ ਸੀ ਉਹ ਮੰਨ ਲਈ ਜਾਂਦੀ, ਨਵਜੋਤ ਸਿੰਘ ਸਿੱਧੂ ਨੇ ਕਿੰਨੀਆਂ ਅਣਥੱਕ ਮਿਹਨਤਾਂ ਕੀਤੀਆਂ, ਉਹਨਾਂ ਅਣਥੱਕ ਮਿਹਨਤਾਂ ਦੀ ਬਦੌਲਤ ਉਹਨੇ ਜਿਹੜੀ ਪਾਲਿਸੀ ਲਿਆ ਕੇ ਦਿੱਤੀ, ਉਸ ਪਾਲਿਸੀ ਨੂੰ ਦਰਕਿਨਾਰ ਕਰ ਦਿੱਤਾ ਗਿਆ। ਤੇ ਦਰਕਿਨਾਰ ਕਰਨ ਤੋਂ ਬਾਅਦ ਸੂਬਾ ਸਰਕਾਰ ਇਸ ਵੇਲੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਘੇਰ ਚੁੱਕੀ ਆ। ਉਹਨੂੰ ਭੱਜਣ ਨੂੰ ਥਾਂ ਨਹੀਂ ਲੱਭ ਰਹੀ ਕਿ ਕਿਸ ਬੰਨੇ ਜਾਵੇ ਜਾਂ ਕਿਸ ਬੰਨੇ ਨਾ ਜਾਵੇ। ਕੈਪਟਨ ਅਮਰਿੰਦਰ ਸਿੰਘ ਦੇ ਫਾਈਨੈਂਸ ਮਿਨਿਸਟਰ ਦੇ ਉੱਤੇ ਉਹਦੇ ਮੈਂਬਰ ਪਾਰਲੀਮੈਂਟ ਜਿਹੜੇ ਉਹੀ ਕਟਾਸ ਕੱਸ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਨੇ। ਉਹਦੇ ਬਾਅਦ ਕੈਪਟਨ ਸਾਹਿਬ ਦੇ ਖੁਦ ਦੇ ਮੰਤਰੀ ਜਿਹੜੇ ਆ ਉਹ ਫਿਰ ਫਾਈਨੈਂਸ ਮਿਨਿਸਟਰ ਦੀ ਸਪੋਰਟ ਦੇ ਵਿੱਚ ਜਿਹੜੇ ਉਹ ਆਉਂਦੇ ਨੇ। ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਬੇਰੁਖੀ ਤੇ ਸੂਬਾ ਸਰਕਾਰ ਕੋਲੇ ਸੋਰਸਾਂ ਦੀ ਕਮੀ ਨੇ ਪੂਰੀ ਦੀ ਪੂਰੀ ਸਟੇਟ ਜਿਹੜੀ ਆ ਉਹਨੂੰ ਇੱਕ ਫਾਈਨੈਂਸ਼ੀਅਲੀ ਕ੍ਰਾਈਸਿਸ ਦੇ ਵਿੱਚ ਜਿਹੜਾ ਲਿਆ ਕੇ ਜਿਹੜਾ ਉਹ ਖੜਾ ਕਰ ਦਿੱਤਾ। ਕਿਤੇ ਨਾ ਕਿਤੇ ਸੂਬਾ ਸਰਕਾਰ ਜਿਹੜੀ ਉਹ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਘਿਰ ਚੁੱਕੀ ਆ। ਇਸ ਨਾਲ ਇਸੇ ਨਾਲ ਜੁੜੀ ਹੋਈ ਨਵਜੋਤ ਸਿੰਘ ਸਿੱਧੂ ਨਾਲ ਇੱਕ ਹੋਰ ਘਟਨਾ ਹੈ। ਉਹ ਕੀ ਆ? ਨਵਜੋਤ ਸਿੰਘ ਸਿੱਧੂ 3 ਵਾਰ ਪਾਕਿਸਤਾਨ ਗਿਆ। ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਅਗਸਤ 2018 ਦੇ ਵਿੱਚ ਪਾਕਿਸਤਾਨ ਗਿਆ। ਉਸ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ ਸੀ। ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਕ੍ਰਿਕਟ ਦੇ ਸਮੇਂ ਤੋਂ ਦੋਨੋਂ ਦੋਸਤ ਨੇ, ਤੇ ਇਮਰਾਨ ਖਾਨ ਨੇ 3 ਹਸਤੀਆਂ ਸੀ ਭਾਰਤ ਦੀਆਂ ਜਿਨ੍ਹਾਂ ਨੂੰ ਸੱਦਾ ਪੱਤਰ ਭੇਜਿਆ ਸੀ। ਉਹਨਾਂ 'ਚ ਕਪਿਲ ਦੇਵ ਤੇ ਸੁਨੀਲ ਗਵਾਸਕਰ ਦੋਨੋਂ ਭਾਰਤੀ ਟੀਮ ਦੇ ਅਲੱਗ-ਅਲੱਗ ਸਮੇਂ ਤੇ ਜਿਹੜੇ ਕਪਤਾਨ ਰਹੇ ਨੇ, ਤੇ ਇੱਕ ਨਵਜੋਤ ਸਿੰਘ ਸਿੱਧੂ, ਤਿੰਨਾਂ ਨੂੰ ਸੱਦਾ ਪੱਤਰ ਭੇਜਿਆ ਸੀ। 2 ਨਹੀਂ ਗਏ। ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਦੇ ਵਿੱਚ ਉਸ ਵੇਲੇ ਮੰਤਰੀ ਸੀ ਤੇ ਨਵਜੋਤ ਸਿੰਘ ਸਿੱਧੂ ਉੱਥੇ ਗਏ। ਦੂਸਰੀ ਵਾਰ ਨਵਜੋਤ ਸਿੰਘ ਸਿੱਧੂ ਜਿਸ ਵੇਲੇ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਨਵੰਬਰ ਦੇ ਵਿੱਚ, 28 ਨਵੰਬਰ 2018 ਨੂੰ, ਉਸ ਵੇਲੇ ਗਏ।
ਉਸ ਵੇਲੇ ਵੀ ਨਵਜੋਤ ਸਿੰਘ ਸਿੱਧੂ ਤੇ ਬੜੇ ਕਟਾਸ ਕੱਸੇ ਗਏ, ਤੇ ਜਿਸ ਵੇਲੇ ਅਗਸਤ 18 ਦੇ ਵਿੱਚ ਗਏ ਉਸ ਵੇਲੇ ਵੀ ਕਟਾਸ ਕੱਸੇ ਗਏ। ਉਹਦੀਆਂ ਜੱਫੀਆਂ ਤੇ ਬਾਕੀਆਂ ਤੇ ਬੜੇ ਇਲਜ਼ਾਮ ਲੱਗੇ, ਬੜਾ ਵਾਵੇਲਾ ਹੋਇਆ, ਬੜਾ ਕੁਝ ਕੀਤਾ ਗਿਆ, ਲੇਕਿਨ ਨਵਜੋਤ ਸਿੰਘ ਸਿੱਧੂ ਟਸ ਤੋਂ ਮਸ ਨਹੀਂ ਹੋਇਆ। ਇਸ ਤੋਂ ਅਗਲੀ ਜਿਹੜੀ ਸੀ ਨਵਜੋਤ ਸਿੰਘ ਸਿੱਧੂ, ਜਿਸ ਦਿਨ ਹੁਣ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ ਪਾਕਿਸਤਾਨ ਵਾਲੇ ਬੰਨਿਓ, ਉਸ ਵੇਲੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਇੱਕ MLA ਸੀ, ਉਹ ਮੰਤਰੀ ਨਹੀਂ ਸੀ, ਕਿਉਂਕਿ ਉਹ ਮੰਤਰੀ ਪਦ ਤੋਂ ਅਸਤੀਫਾ ਦੇ ਚੁੱਕਿਆ ਸੀ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਆਪਣੇ ਮਤਭੇਦਾਂ ਦੀ ਬਦੌਲਤ। ਤਾਂ ਤੀਸਰੀ ਵਾਰੀ ਉਹ ਉੱਥੇ ਗਿਆ। ਅਜੇ ਤੱਕ RTI ਦੇ ਮੁਤਾਬਕ ਜਿਹੜੀ ਇੱਕ ਖਬਰ ਨਿਕਲ ਕੇ ਬਾਹਰ ਆਈ ਹੈ, ਇੱਕ RTI ਦਾ ਕਾਰਕੁਨ ਹੈ ਅਸ਼ਵਨੀ ਕੁਮਾਰ, ਉਹਨਾਂ ਨੇ RTI ਰਾਹੀਂ ਇੱਕ ਇਨਫੋਰਮੇਸ਼ਨ ਮੰਗੀ ਕਿ ਨਵਜੋਤ ਸਿੰਘ ਸਿੱਧੂ ਜਦੋਂ ਪਾਕਿਸਤਾਨ ਗਿਆ ਕੀ ਉਹ ਸਰਕਾਰੀ ਖਰਚੇ ਤੇ ਗਿਆ ਜਾਂ ਆਪਣੇ ਤੇ ਗਿਆ। ਹੁਣ ਇਸ ਚੀਜ਼ ਨੂੰ ਪੂਰੀਆਂ ਸਿਆਸੀ ਪਾਰਟੀਆਂ ਨੇ ਮੁੱਦਾ ਬਣਾਇਆ, ਲੇਕਿਨ ਇਹ ਸਿਆਸੀ ਮੁੱਦਾ ਨਹੀਂ ਬਣ ਰਿਹਾ, ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਹ ਪਾਕਿਸਤਾਨ ਆਪਣੇ ਦੋਸਤ ਦੇ ਸੱਦੇ ਤੇ ਗਿਆ, ਲੇਕਿਨ ਉਸ ਵੇਲੇ ਪੰਜਾਬ ਦੇ ਵਿੱਚ ਉਹ ਮੰਤਰੀ ਸੀ, ਉਹ ਬਕਾਇਦਾ ਮੁੱਖ ਮੰਤਰੀ ਤੋਂ ਤੇ ਕੇਂਦਰ ਸਰਕਾਰ ਤੋਂ ਪਰਮਿਸ਼ਨ ਲੈ ਕੇ ਗਿਆ। ਤਾਂ ਫਿਰ ਉਹਦੇ ਤੇ ਕਟਾਸ ਨਹੀਂ ਕੱਸਿਆ ਜਾ ਸਕਦਾ। ਤੁਸੀਂ ਲੱਖ ਚਾਹੇ RTI ਰਾਹੀਂ ਇਨਫੋਰਮੇਸ਼ਨ ਲਓ, ਜੋ ਮਰਜ਼ੀ ਕਰੋ, ਨਵਜੋਤ ਸਿੰਘ ਸਿੱਧੂ ਜਦੋਂ ਕੇਂਦਰ ਸਰਕਾਰ ਦੀ ਪਰਮਿਸ਼ਨ ਆ ਤੇ ਸੂਬਾ ਸਰਕਾਰ ਦੀ ਪਰਮਿਸ਼ਨ ਆ, ਫਿਰ ਉਹ ਮੌਜੂਦਾ ਉਸ ਵੇਲੇ ਮੰਤਰੀ ਆ, ਸਟੇਟ ਮਿਨਿਸਟਰ, ਉਸ ਵੇਲੇ ਉਹ ਸਟੇਟ ਦੇ ਵਿੱਚ ਕੈਬਨਿਟ ਮਿਨਿਸਟਰ ਆ, ਤਾਂ ਫਿਰ ਉਹਦਾ ਖਰਚਾ ਜਿਹੜਾ ਉਹ ਸਰਕਾਰੀ ਬਣਦਾ ਹੈ। ਹੁਣ ਉਹਦੇ ਤੇ ਬਿੱਲ ਜਿਹੜੇ ਉਸ ਵੇਲੇ ਦੇ ਪੇ ਹੋਏ ਨੇ, ਉਹ ਕੀ ਆ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ 'ਚੋਂ ਆਪਣੇ ਘਰ ਤੋਂ ਲੈ ਕੇ ਅਟਾਰੀ ਬਾਰਡਰ ਤੱਕ ਗਿਆ, ਉਹਦਾ ਤਕਰੀਬਨ 88 ਕਿਲੋਮੀਟਰ ਦਾ ਜਿਹੜਾ ਉਹ ਬਿੱਲ ਆ, ਉਹ 15 ਰੁਪਏ ਦੇ ਹਿਸਾਬ ਨਾਲ 1320 ਰੁਪਏ ਦਾ ਬਿੱਲ ਜਿਹੜਾ ਉਹਦਾ ਭੁਗਤਾਨ ਹੋਇਆ, ਇਲਾਵਾ ਉਹਦਾ 1500 ਰੁਪਇਆ ਜਿਹੜਾ ਉਹ ਅਲੱਗ ਤੋਂ ਜਿਹੜਾ ਉਹਦੇ ਡਰਾਈਵਰ ਦਾ ਉਹ ਪਿਆ ਹੋਇਆ। ਇਸੇ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ 17 ਨੂੰ ਗਿਆ, 18 ਦੇ ਸਹੁੰ ਚੁੱਕ ਸਮਾਗਮ 'ਚ ਰਿਹਾ ਤੇ 19 ਨੂੰ ਵਾਪਸ ਆਇਆ। 19 ਨੂੰ ਉਹ ਅਟਾਰੀ ਬਾਰਡਰ ਤੋਂ ਲੈ ਕੇ ਚੰਡੀਗੜ੍ਹ ਤੱਕ ਆਇਆ। ਜਦੋਂ ਚੰਡੀਗੜ੍ਹ ਤੱਕ ਆਇਆ ਤਾਂ ਉਹ ਕੁੱਲ 370 ਕਿਲੋਮੀਟਰ ਬਣਦਾ, ਅਤੇ 370 ਕਿਲੋਮੀਟਰ ਦੇ ਵਿੱਚ 15 ਰੁਪਏ ਦੇ ਹਿਸਾਬ ਨਾਲ 5550 ਰੁਪਏ ਦਾ ਉਹ ਬਿੱਲ ਪਿਆ ਹੋਇਆ। ਇਸ ਬਿੱਲ ਨੂੰ ਹੁਣ RTI ਕਾਰਕੁਨ ਨੇ ਤੇ ਸਿਆਸੀ ਪਾਰਟੀਆਂ ਨੇ ਮੁੱਦਾ ਬਣਾਇਆ। ਉਹਨਾਂ ਕਿਹਾ ਕਿ ਇਹ ਨਵਜੋਤ ਸਿੰਘ ਸਿੱਧੂ ਦਾ ਨਿੱਜੀ ਦੌਰਾ ਸੀ, ਜਦੋਂ ਕਿ ਉਹ ਇਹ ਭੁੱਲ ਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਨਿੱਜੀ ਦੌਰਾ ਨਹੀਂ ਸੀ। ਭਾਵੇਂ ਉਹ ਆਪਦੇ ਦੋਸਤ ਦੇ ਸਹੁੰ ਚੁੱਕ ਸਮਾਗਮ 'ਚ ਗਿਆ, ਉਹ ਦੂਸਰੇ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਹਦੇ ਸਹੁੰ ਚੁੱਕ ਸਮਾਗਮ 'ਚ ਗਿਆ, ਲੇਕਿਨ ਇਹ ਹੈ ਕਿ ਉਹਨੇ ਭਾਰਤ ਸਰਕਾਰ ਤੇ ਸੂਬਾ ਸਰਕਾਰ ਤੋਂ ਜਿਹੜੀ ਆ ਉਹ ਇਜਾਜ਼ਤ ਲਈ ਹੋਈ ਸੀ। ਜਦੋਂ ਤੁਸੀਂ ਇਜਾਜ਼ਤ ਲੈ ਕੇ ਜਾਂਦੇ ਹੋ ਤਾਂ ਤੁਸੀਂ ਕੈਬਨਿਟ ਵਜ਼ੀਰ ਹੋ, ਤਾਂ ਉਸ ਵੇਲੇ ਤੁਹਾਡੇ ਕਲੇਮ ਜਿਹੜੇ ਆ ਉਹ ਮਿਲਦੇ ਨੇ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ, ਉਹਨਾਂ ਦੀ ਧਰਮ ਪਤਨੀ ਸੀ ਸੁਰਿੰਦਰ ਕੌਰ ਬਾਦਲ, ਉਹਨਾਂ ਦੇ ਇਲਾਜ ਦੇ ਉੱਪਰ ਕਿੰਨਾ ਖਰਚਾ USA 'ਚ ਆਇਆ, ਉਹਨਾਂ ਨੂੰ ਕੈਂਸਰ ਸੀ, ਕੈਂਸਰ 'ਤੇ ਕਿੰਨਾ ਖਰਚਾ ਆਇਆ, ਉਹ ਵੀ ਸਾਰਾ ਪੰਜਾਬ ਦੇ ਖਜ਼ਾਨੇ 'ਚੋਂ ਪੇ ਕੀਤਾ ਗਿਆ। ਇੱਥੋਂ ਤੱਕ ਕਿ ਜਿਹੜੇ ਬਾਕੀ ਮੰਤਰੀ ਨੇ ਉਹ ਜਦੋਂ ਲੋਕਾਂ ਦੇ ਭੋਗਾਂ 'ਤੇ ਜਾਂਦੇ ਨੇ, ਉਸ ਵੇਲੇ ਵੀ ਸਰਕਾਰੀ ਗੱਡੀ ਜਿਹੜੀ ਆ ਜਾਂ ਤੁਹਾਡੀ ਪਰਸਨਲ ਗੱਡੀ ਆ, ਜੇ ਸਰਕਾਰੀ ਗੱਡੀ ਜਾਂਦੀ ਆ ਤਾਂ ਸਰਕਾਰ ਵੱਲੋਂ ਉਹ ਭੁਗਤਾਨ ਕੀਤਾ ਜਾਂਦਾ, ਜੇ ਤੁਹਾਡੀ ਪਰਸਨਲ ਗੱਡੀ ਆ ਤਾਂ ਉਹਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਂਦਾ, ਬਕਾਇਦਾ ਬਿੱਲ ਪੈਂਦੇ ਆ। ਅਤੇ ਨਵਜੋਤ ਸਿੰਘ ਸਿੱਧੂ ਤਾਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪੁਰਬ ਦੇ ਉੱਪਰ ਜਿਹੜਾ ਕਰਤਾਰਪੁਰ ਕੋਰੀਡੋਰ ਬਣਨਾ ਸੀ, ਉਹ ਜਿਹੜਾ ਲਾਂਘਾ 72 ਸਾਲ ਬਾਅਦ ਖੁੱਲ੍ਹਣਾ ਸੀ, ਉਸ ਵੇਲੇ ਉਹਦੇ ਨੀਂਹ ਪੱਥਰ ਦੇ ਤੌਰ 'ਤੇ ਸੁਨੇਹਾ ਲੈ ਕੇ ਆਇਆ ਸੀ। ਇਹ ਅਗਸਤ ਦੀ ਉਹ ਘਟਨਾ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਿਆ ਸੀ। ਅਜੇ ਸ਼ਾਇਦ ਇਹਦੇ ਬਾਅਦ ਇਹ RTI ਕਾਰਕੁਨ ਨਵਜੋਤ ਸਿੰਘ ਸਿੱਧੂ ਦਾ ਉਹ ਬਿੱਲ ਵੀ ਕੱਢ ਕੇ ਲੈ ਆਉਣ ਜਿਸ ਵੇਲੇ ਉਹ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਗਿਆ ਸੀਗਾ। ਉਸ ਵੇਲੇ ਨੀਂਹ ਪੱਥਰ ਇਮਰਾਨ ਖਾਨ ਨੇ ਰੱਖਿਆ ਸੀ, ਨਵਜੋਤ ਸਿੰਘ ਸਿੱਧੂ ਗਿਆ ਸੀ, ਉਹਦਾ ਵੀ ਸ਼ਾਇਦ ਬਿੱਲ ਕੱਢ ਕੇ ਲਿਆਉਣ। ਜੇ ਉਹਦਾ ਬਿੱਲ ਉਸ ਵੇਲੇ ਦਾ ਲਿਆਉਣਗੇ ਤਾਂ ਫਿਰ ਉਸ ਵੇਲੇ ਹਰਸਿਮਰਤ ਕੌਰ ਬਾਦਲ ਤੇ ਉਸ ਵੇਲੇ ਹਰਦੀਪ ਸਿੰਘ ਪੁਰੀ ਦੋ ਕੇਂਦਰ ਦੇ ਵਜ਼ੀਰ ਵੀ ਗਏ ਸੀ, ਉਹਨਾਂ ਦਾ ਵੀ ਕੱਢਣਾ ਚਾਹੀਦਾ ਤੇ ਤਿੰਨਾਂ ਦਾ ਬਰਾਬਰ ਬਣਦਾ। ਲੇਕਿਨ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦਾ ਇਹ ਲਿਆ ਕੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਨਾਇਨਸਾਫੀ ਜਿਹੜੀ ਆ ਉਹ ਕੀਤੀ ਗਈ ਆ। ਸੋ ਇਹ ਆ ਨਵਜੋਤ ਸਿੰਘ ਸਿੱਧੂ ਦੇ ਉੱਪਰ ਜਾਣ ਬੁੱਝ ਕੇ ਜਿਹੜੇ ਆ ਨਵਜੋਤ ਸਿੰਘ ਸਿੱਧੂ ਨੂੰ ਹਾਸ਼ੀਏ 'ਤੇ ਲਿਜਾਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਲੋਕ ਮਨਾਂ 'ਚ ਵਸੇ ਹੋਏ ਇਨਸਾਨ ਨੂੰ ਤੁਸੀਂ ਹਾਸ਼ੀਏ 'ਤੇ ਨਹੀਂ ਲਿਜਾ ਸਕਦੇ। ਨਵਜੋਤ ਸਿੰਘ ਸਿੱਧੂ ਇਸ ਕਰਤਾਰਪੁਰ ਕੋਰੀਡੋਰ
ਜਿਹਦੀ ਨੀਂਹ ਜਿਹੜੀ ਆ ਇਹ ਮੰਨ ਕੇ ਚੱਲੋ ਕਿ ਭਾਵੇਂ ਲੱਖ ਅਰਦਾਸਾਂ ਹੋਈਆਂ, ਲੱਖ ਕੋਸ਼ਿਸ਼ਾਂ ਹੋਈਆਂ, ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵੇਲੇ ਵੀ ਇੱਕ ਬੱਸ ਜਿਹੜੀ ਉਹ ਪਾਕਿਸਤਾਨ ਦੇ ਵਿੱਚ ਗਈ ਸੀਗੀ ਲੈ ਕੇ, ਅਟਲ ਬਿਹਾਰੀ ਵਾਜਪੇਈ ਗਏ ਸੀ, ਉਸ ਵੇਲੇ ਵੀ ਕੋਸ਼ਿਸ਼ਾਂ ਹੋਈਆਂ ਲੇਕਿਨ ਨੇਪਰੇ ਨਹੀਂ ਚੜੀਆਂ। ਇਹ ਪਹਿਲੀ ਵਾਰ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਕ੍ਰੈਡਿਟ ਤੋਂ ਤੁਸੀਂ ਪਾਸੇ ਨਹੀਂ ਕਰ ਸਕਦੇ, ਚਾਹੇ ਲੱਖ ਉਹਨਾਂ ਦੇ ਬਿੱਲਾਂ ਦੀ ਗੱਲ ਆਵੇ, ਚਾਹੇ ਕੁਛ ਆਵੇ। ਅਸੀਂ ਇੱਥੇ ਇਹ ਵੀ ਕਿਹਾ ਕਿ ਜੇ ਇਹ ਅਗਸਤ ਵਾਲੇ ਆ ਤੇ ਘੱਟੋ ਘੱਟ ਜਿਹੜੇ ਅਕਤੂਬਰ ਨਵੰਬਰ ਵਾਲੇ ਬਿੱਲ ਨੇ ਉਹ ਵੀ ਜਿਹੜੇ ਉਹ ਸਾਹਮਣੇ ਲਿਆਉਣੇ ਚਾਹੀਦੇ ਆ। ਜਿਸ ਵੇਲੇ ਕਰਤਾਰਪੁਰ ਲਾਂਘੇ ਦਾ ਜਿਹੜਾ ਉਸ ਵੇਲੇ ਨੀਂਹ ਪੱਥਰ ਪਾਕਿਸਤਾਨ ਵੱਲ ਰੱਖਿਆ ਗਿਆ, ਉਸ ਵੇਲੇ 3 ਮਹਿਮਾਨ ਗਏ ਨੇ, 3 ਮਹਿਮਾਨਾਂ ਦੇ ਵਿੱਚ ਜਿਹੜੇ ਆ ਉਹ ਕੇਂਦਰੀ ਮੰਤਰੀ ਜਿਹੜੇ ਹਰਦੀਪ ਸਿੰਘ ਪੁਰੀ ਤੇ ਹਰਸਿਮਰਤ ਕੌਰ ਬਾਦਲ ਤੇ ਤੀਜਾ ਨਵਜੋਤ ਸਿੰਘ ਸਿੱਧੂ ਗਏ ਆ। ਕਿਤੇ ਨਾ ਕਿਤੇ ਇਹਦੇ 'ਚ ਨਾਇਨਸਾਫੀ ਹੋ ਰਹੀ ਆ। ਨਵਜੋਤ ਸਿੰਘ ਸਿੱਧੂ ਨੇ ਜੋ ਕਾਜ ਕੀਤਾ ਉਹਦੇ 'ਤੇ ਉਹਨੂੰ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਲੋਕ ਮਨਾਂ ਦੇ ਵਿੱਚ ਜਿੱਥੇ ਵੀ ਆ ਕੇ ਜਦੋਂ ਵੀ ਬਾਬੇ ਨਾਨਕ ਦੇ ਕਰਤਾਰਪੁਰ ਲਾਂਘੇ ਦੀ ਗੱਲ ਹੋਏਗੀ ਉਸ ਵੇਲੇ 2 ਨਾਮ ਜਿਹੜੇ ਸਾਹਮਣੇ ਆਉਣਗੇ, ਉਹਨਾਂ 'ਚ ਇੱਕ ਨਵਜੋਤ ਸਿੰਘ ਸਿੱਧੂ ਤੇ ਦੂਜਾ ਇਮਰਾਨ ਖਾਨ ਦਾ ਆਏਗਾ। ਇੱਥੋਂ ਕਦੀ ਵੀ ਤੁਸੀਂ ਜਿਹੜੇ ਮੁਨਕਰ ਨਹੀਂ ਹੋ ਸਕਦੇ। ਇਹਨਾਂ 2 ਨਾਮ ਜਿਹੜੇ ਆ ਇਹ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿਣਗੇ, ਇਹਨਾਂ ਨੂੰ ਤੁਸੀਂ ਸਾਈਡਲਾਈਨ ਜਿਹੜੇ ਉਹ ਨਹੀਂ ਕਰ ਸਕਦੇ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।